ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਅੰਕੁਰ ਸੋਨੀ ਵੈਲਕਮ ਕਰਦਾ ਤੁਹਾਡਾ ਸਭ ਦਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ। ਤਾਂ ATT ਸੈਕੰਡ ਪੇਪਰ ਦੀ ਪ੍ਰੀਪਰੇਸ਼ਨ ਹੁਣ ਆਪਾਂ ਫਾਈਨਲੀ ਸਟਾਰਟ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਹਰ ਇੱਕ ਸਬਜੈਕਟ ਦੀ ਟੌਪਿਕ ਵਾਈਜ਼ ਤੁਹਾਨੂੰ ਪਹਿਲਾਂ ਥਿਓਰੀ ਕਲਾਸ ਦਿੱਤੀ ਜਾਏਗੀ। ਉਸ ਤੋਂ ਬਾਅਦ ਉਸ ਟੌਪਿਕ ਦੇ ਜਿਹੜੇ MCQ ਕੁਐਸਚਨ ਨੇ ਉਹ ਕਰਵਾਏ ਜਾਣਗੇ। ਤੇ ਅੱਜ ਦਾ ਆਪਣਾ ਪਹਿਲਾ ਟੌਪਿਕ ਹੈ ਜੀ ਭੂਗੋਲ ਦਾ ਚੈਪਟਰ ਨੰਬਰ 1 ਭਾਰਤ ਇੱਕ ਜਾਣ ਪਛਾਣ, ਜੋ ਕਿ ਇਹਦਾ ਪੂਰਾ ਡਾਟਾ ਜਿਹੜਾ ਹੈ ਮੈਂ ਪੰਜਾਬ ਬੋਰਡ ਦੀ SCERT ਤੇ NCERT ਬੁੱਕ ਵਿੱਚੋਂ ਲਿਆ ਗਿਆ ਹੈ। ਠੀਕ ਹੈ ਜੀ। ਤੇ ਇਹਦੀ ਜਿਹੜੀ PDF ਹੈ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ। ਤੇ ਚੈਨਲ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਲਵੋ। ਠੀਕ ਹੈ ਜੀ। ਤੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਸਤਲੁਜ ਆਨਲਾਈਨ ਕਲਾਸਿਸ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਵੋ। ਚਲੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਭਾਰਤ ਇੱਕ ਜਾਣ ਪਛਾਣ। ਜਿਹੜਾ ਪਹਿਲਾ ਪੁਆਇੰਟ ਹੈ, ਹਿੰਦੁਸਤਾਨ ਮਹਾਸਾਗਰ ਦਾ ਨਾਂ ਭਾਰਤ ਦੇਸ਼ ਤੋਂ ਹੀ ਪਿਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਇੰਡੀਆ ਦਾ ਇੱਕ ਨਾਮ ਹੋਰ ਹੈ, ਕੀ ਹੈ? ਹਿੰਦੁਸਤਾਨ। ਤੇ ਹਿੰਦੁਸਤਾਨ ਤੋਂ ਹੀ ਜਿਹੜਾ ਮਹਾਸਾਗਰ ਹੈ ਉਹਦਾ ਨਾਮ ਕੀ ਪੈ ਗਿਆ? ਹਿੰਦ ਮਹਾਸਾਗਰ ਦਾ ਨਾਮ ਪੈ ਗਿਆ। ਨੈਕਸਟ ਪੁਆਇੰਟ ਹੈ, ਭਾਰਤ ਦੇਸ਼ 3 ਪਾਸਿਆਂ ਤੋਂ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਜੇ ਤੁਸੀਂ ਇੰਡੀਆ ਦਾ ਮੈਪ ਦੇਖਿਆ ਹੈ ਤਾਂ ਆਪਣੇ ਮੈਪ ਦੇ ਅੰਦਰ ਜਿਹੜਾ ਹੈ ਨਿਚਲੇ ਪਾਸੇ 3 ਤਰਫ ਤੋਂ ਜਿਹੜਾ ਹੈ ਪਾਣੀ ਪਾਇਆ ਜਾਂਦਾ ਹੈ। ਇਹ ਪਾਣੀ ਕਿਸ ਚੀਜ਼ ਦਾ? ਇਹ ਹੈ ਜੀ ਹਿੰਦ ਮਹਾਸਾਗਰ ਦਾ ਪਾਣੀ। ਤੇ ਜਦਕਿ ਉੱਤਰ ਦਿਸ਼ਾ ਦੇ ਅੰਦਰ ਪਹਾੜੀਆਂ ਪਾਈ ਜਾਂਦੀਆਂ ਨੇ। ਇਹ ਪਹਾੜੀਆਂ ਕਿਸ ਚੀਜ਼ ਦੀਆਂ ਨੇ? ਇਹ ਨੇ ਹਿਮਾਲਿਆ ਦੀ ਪਹਾੜੀਆਂ, ਯਾਨੀ ਕਿ ਹਿਮਾਲਿਆ ਪਹਾੜ ਪਾਇਆ ਜਾਂਦਾ ਹੈ। ਨੈਕਸਟ ਪੁਆਇੰਟ ਹੈ, ਜਨਸੰਖਿਆ ਦੇ ਆਧਾਰ 'ਤੇ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰਾ ਸਥਾਨ ਰੱਖਦਾ ਹੈ। ਯਾਨੀ ਕਿ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਦੇਸ਼ ਕਿਹੜਾ ਹੈ? ਚੀਨ। ਤੇ ਉਸ ਤੋਂ ਬਾਅਦ ਜਿਹੜਾ ਇੰਡੀਆ ਹੈ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਦੇਸ਼ ਹੈ। ਨੈਕਸਟ ਪੁਆਇੰਟ ਹੈ, ਖੇਤਰਫਲ ਪੱਖੋਂ ਭਾਰਤ 7ਵਾਂ ਸਥਾਨ ਰੱਖਦਾ ਹੈ। ਯਾਨੀ ਕਿ ਏਰੀਆ ਵਾਈਜ਼ ਜਿਹੜਾ ਹੈ ਇੰਡੀਆ ਦਾ 7ਵਾਂ ਸਥਾਨ ਹੈ। ਠੀਕ ਹੈ ਜੀ। ਇਹ ਦੋਨੋਂ ਪੁਆਇੰਟ ਧਿਆਨ ਰੱਖਣੇ ਨੇ ਕਿ ਏਰੀਆ ਵਾਈਜ਼ ਕਿੰਨਵਾਂ ਸਥਾਨ ਹੈ ਇੰਡੀਆ ਦਾ? 7th। ਤੇ ਪੋਪੂਲੇਸ਼ਨ ਦੇ ਅਕੋਰਡਿੰਗ ਕਿੰਨਵਾਂ ਸਥਾਨ ਹੈ? 2nd। ਠੀਕ ਹੈ। ਤੇ ਪਹਿਲਾ ਸਥਾਨ ਪੋਪੂਲੇਸ਼ਨ ਦਾ ਕਿਹੜਾ ਹੈ? ਚੀਨ ਦਾ ਹੈ। ਨੈਕਸਟ ਪੁਆਇੰਟ ਹੈ ਜੀ, ਤਾਪਕ੍ਰਮ ਵਿੱਚ ਵੀ ਇੰਨੀ ਭਿੰਨਤਾ ਮਿਲਦੀ ਹੈ ਕਿ ਦੁਨੀਆ ਦੀ ਹਰ ਫਸਲ ਪੈਦਾ ਕੀਤੀ ਜਾ ਸਕਦੀ ਹੈ। ਠੀਕ ਹੈ। ਜਿਵੇਂ ਕਿ ਆਪਣੇ ਜਿਹੜਾ ਇੰਡੀਆ ਦੇਸ਼ ਹੈ ਇਹਦੀ ਲੋਕੇਸ਼ਨ ਇਸ ਤਰ੍ਹਾਂ ਦੀ ਹੈ ਕਿ ਇੱਥੇ ਹਰ ਇੱਕ ਤਰ੍ਹਾਂ ਦਾ ਮੌਸਮ ਪਾਇਆ ਜਾਂਦਾ ਹੈ, ਜਿਵੇਂ ਕਿ ਗਰਮੀ ਦਾ ਮੌਸਮ, ਸਰਦੀ ਦਾ ਮੌਸਮ ਜਾਂ ਫਿਰ ਵਰਸ਼ਾ ਰੁੱਤੂ ਵੀ ਪਾਈ ਜਾਂਦੀ ਹੈ, ਜਿਸ ਕਰਕੇ ਇਹਦਾ ਜਿਹੜਾ ਟੈਂਪਰੇਚਰ ਹੈ ਉਹ ਇੱਥੇ ਬਦਲਦਾ ਰਹਿੰਦਾ ਹੈ। ਕਦੇ ਬਹੁਤ ਜ਼ਿਆਦਾ ਗਰਮੀ, ਕਦੇ ਬਹੁਤ ਜ਼ਿਆਦਾ ਸਰਦੀ। ਇਸ ਕਰਕੇ ਹਰ ਇੱਕ ਤਰ੍ਹਾਂ ਦੀ ਜਿਹੜੀ ਫਸਲ ਹੈ ਇੱਥੇ ਆਪਾਂ ਪੈਦਾ ਕਰ ਸਕਦੇ ਹਾਂ, ਚਾਹੇ ਉਹ ਗਰਮੀ ਦੀ ਫਸਲ ਹੈ, ਚਾਹੇ ਸਰਦੀ ਦੀ ਹੈ, ਚਾਹੇ ਵਰਸ਼ਾ ਰੁੱਤੂ ਦੀ ਹੈ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ, ਅੱਜ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਕਿਹੜਾ? ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼। ਆਪਾਂ ਜਿਹੜਾ ਹੈ ਨਾਗਰਿਕ ਸ਼ਾਸਤਰ ਜਾਂ ਫਿਰ ਜਿਹੜਾ ਪੋਲੀਟੀਕਲ ਸਾਇੰਸ ਅੰਦਰ ਪੜ੍ਹਦੇ ਹਾਂ ਕਿ ਆਪਣੇ ਇੰਡੀਆ ਦਾ ਜਿਹੜਾ ਕੌਨਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਹ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਲਿੱਤਾ ਗਿਆ ਹੈ। ਠੀਕ ਹੈ। ਇਸ ਕਰਕੇ ਆਪਣਾ ਇੰਡੀਆ ਦਾ ਜਿਹੜਾ ਕੌਨਸਟੀਟਿਊਸ਼ਨ ਹੈ ਉਹ ਲਿਖਿਤ ਰੂਪ ਅੰਦਰ, ਯਾਨੀ ਕਿ ਰਾਈਟਿੰਗ ਅੰਦਰ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ, ਆਰਿਆ ਜਾਤੀ ਦੇ ਲੋਕਾਂ ਦੇ ਆ ਕੇ ਵਸ ਜਾਣ ਕਾਰਨ ਇਹ ਖੇਤਰ ਆਰਿਆਵਰਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਯਾਨੀ ਕਿ ਅਗਰ ਪ੍ਰਾਚੀਨ ਟਾਈਮ ਦੀ ਗੱਲ ਕਰੀਏ, ਪੁਰਾਣੇ ਟਾਈਮ ਦੀ ਗੱਲ ਕਰੀਏ ਹਿਸਟਰੀ 'ਚ, ਤਾਂ ਇਸ ਇਲਾਕੇ ਦੇ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੀ ਜਾਤੀ ਜੋ ਕਿ ਆਰਿਆ ਜਾਤੀ ਸੀ, ਉਹਦੇ ਲੋਕ ਆ ਕੇ ਵਸ ਗਏ, ਜਿਹਦੇ ਕਰਕੇ ਇਸ ਏਰੀਏ ਨੂੰ ਕੀ ਨਾਮ ਦਿੱਤਾ ਗਿਆ? ਆਰਿਆਵਰਤ ਨਾਮ ਵੀ ਦਿੱਤਾ ਗਿਆ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਕਿ ਇੱਕ ਧਾਰਨਾ ਇਹ ਵੀ ਹੈ ਕਿ ਰਿਗਵੇਦ ਵਿੱਚ ਵਰਣਨ ਕੀਤੇ ਗਏ ਇੱਕ ਤਾਕਤਵਰ ਭਰਤ ਨਾਮੀ ਰਾਜੇ ਦੇ ਨਾਮ 'ਤੇ ਆਧਾਰਿਤ ਹੈ, ਜੋ ਕਿ ਰਾਜਾ ਦੁਸ਼ਯੰਤ ਅਤੇ ਸ਼ਕੁੰਤਲਾ ਦਾ ਪੁੱਤਰ ਸੀ। ਯਾਨੀ ਕਿ ਆਪਣੇ ਇੰਡੀਆ ਦਾ ਨਾਮ ਜਿਹੜਾ ਹੈ ਉਹ ਇੱਕ ਭਰਤ ਨਾਮਕ ਜਿਹੜਾ ਰਾਜਾ ਹੁੰਦਾ ਸੀ ਪ੍ਰਾਚੀਨ ਕਾਲ 'ਚ, ਇਤਿਹਾਸ 'ਚ, ਤਾਂ ਉਸ ਰਾਜੇ ਦੇ ਨਾਮ 'ਤੇ ਹੀ ਆਪਣੇ ਦੇਸ਼ ਦਾ ਨਾਮ ਕੀ ਪੈ ਗਿਆ? ਭਾਰਤ। ਕੀ ਪੈ ਗਿਆ? ਭਾਰਤ। ਯਾਨੀ ਕਿ ਭਰਤ ਨਾਮਕ ਰਾਜੇ ਦੇ ਨਾਮ 'ਤੇ ਇੰਡੀਆ ਦਾ ਭਾਰਤ ਨਾਮ ਪਿਆ। ਇਹ ਤੁਸੀਂ ਪੁਆਇੰਟ ਧਿਆਨ ਰੱਖਣਾ। ਇਹ ਨੇ ਆਪਣੇ ਇੰਡੀਆ ਦੇਸ਼ ਦੇ, ਯਾਨੀ ਕਿ ਆਪਣੇ ਦੇਸ਼ ਦੇ ਜਿਹੜੇ ਨੇ ਨਾਮਕਰਨ, ਯਾਨੀ ਕਿ ਅਲੱਗ-ਅਲੱਗ ਨਾਮ ਕਿਸ ਤਰ੍ਹਾਂ ਪਏ। ਨੈਕਸਟ ਪੁਆਇੰਟ ਹੈ, ਸਿੰਧੂ ਦਰਿਆ ਨੂੰ ਈਰਾਨੀ ਦੇਸ਼ ਦੇ ਲੋਕਾਂ ਨੇ ਹਿੰਦੂ ਕਹਿ ਕੇ ਬੁਲਾਇਆ ਅਤੇ ਆਸ-ਪਾਸ ਰਹਿ ਰਹੇ ਲੋਕਾਂ ਨੂੰ ਹਿੰਦੁਸਤਾਨ ਦੇ ਵਾਸੀ ਮੰਨਿਆ। ਯਾਨੀ ਕਿ ਜਿਹੜੇ ਪ੍ਰਾਚੀਨ ਟਾਈਮ 'ਤੇ ਇਤਿਹਾਸ ਵਿੱਚ ਜਿਹੜੇ ਈਰਾਨੀ ਦੇਸ਼ ਦੇ ਲੋਕ ਸੀ ਉਹ ਸੱਸੇ ਨੂੰ ਹਾਹਾ ਪੜ੍ਹਦੇ ਸੀ। ਕੀ ਪੜ੍ਹਦੇ ਸੀਗੇ? ਸੱਸੇ ਨੂੰ ਹਾਹਾ ਪੜ੍ਹਦੇ ਸੀ। ਅਤੇ ਆਪਣੇ ਦੇਸ਼ ਦੇ ਅੰਦਰ ਇੱਕ ਸਿੰਧੂ ਦਰਿਆ ਜਿਹੜਾ ਹੈ ਵਗਦਾ ਸੀ, ਅਤੇ ਉਹਨਾਂ ਨੇ ਸਿੰਧੂ ਨੂੰ ਕੀ ਕਿਹਾ? ਹਿੰਦੂ ਕਹਿ ਕੇ ਬੁਲਾਇਆ। ਅਤੇ ਇਸ ਤਰ੍ਹਾਂ ਸਿੰਧੂ ਦੇ ਆਸ-ਪਾਸ ਜਿਹੜੇ ਲੋਕ ਰਹਿ ਰਹੇ ਸੀ ਉਹਨਾਂ ਵਸਨੀਕਾਂ ਨੂੰ ਕੀ ਆਖਿਆ? ਵੀ ਇਹ ਹਿੰਦੂ ਦੇ ਆਸ-ਪਾਸ ਰਹਿ ਰਹੇ ਵਸਨੀਕ ਨੇ, ਇਸ ਵਾਸਤੇ ਇਹਨਾਂ ਨੂੰ ਹਿੰਦੁਸਤਾਨ ਦੇ ਵਾਸੀ ਮੰਨਿਆ ਗਿਆ। ਇਸੇ ਤਰ੍ਹਾਂ ਆਪਣੇ ਇੰਡੀਆ ਦਾ ਨਾਮ ਵੀ ਕੀ ਪਿਆ? ਹਿੰਦੁਸਤਾਨ ਪਿਆ। ਨੈਕਸਟ ਪੁਆਇੰਟ ਹੈ, ਭਾਰਤ ਨੂੰ ਸੰਸਾਰ ਵਿੱਚ ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਨੂੰ ਫੈਲਿਆ ਹੋਇਆ ਹੈ ਅਤੇ ਪ੍ਰਿਥਵੀ ਦੇ ਉੱਤਰੀ ਗੋਲਾਰਧ ਵਿੱਚ ਸਥਿਤ ਹੈ। ਯਾਨੀ ਕਿ ਆਪਣਾ ਜਿਹੜਾ ਇੰਡੀਆ ਦੇਸ਼ ਹੈ, ਭਾਰਤ ਦੇਸ਼, ਇਹਨੂੰ ਦੱਖਣੀ ਏਸ਼ੀਆ ਕਿਹਾ ਜਾਂਦਾ ਹੈ, ਕਿਉਂਕਿ ਇਹ ਜਿਹੜਾ ਹੈ
ਕਿਉਂਕਿ ਇਹ ਏਸ਼ੀਆ ਮਹਾਦੀਪ ਦੇ ਦੱਖਣ ਵੱਲ ਨੂੰ, ਯਾਨੀ ਕਿ ਆਪਣਾ ਜਿਹੜਾ ਏਸ਼ੀਆ ਕੰਟੀਨੈਂਟ ਹੈ ਉਹਦੇ ਸਾਊਥ ਵੱਲ ਜਿਹੜਾ ਹੈ ਇਹਦੀ ਲੋਕੇਸ਼ਨ ਹੈ, ਇਸ ਕਰਕੇ ਇਹਨੂੰ ਦੱਖਣੀ ਏਸ਼ੀਆ ਵੀ ਕਿਹਾ ਜਾਂਦਾ ਹੈ। ਤੇ ਗਲੋਬ ਦੇ ਅੰਦਰ ਜਿਹੜੇ ਨੇ ਦੋ ਹੁੰਦੇ ਨੇ ਗੋਲਾਰਧ, ਕਿਹੜੇ? ਇੱਕ ਤਾਂ ਉੱਤਰੀ ਗੋਲਾਰਧ, ਇੱਕ ਦੱਖਣੀ ਗੋਲਾਰਧ। ਤੇ ਜਿਹੜਾ ਆਪਣਾ ਭਾਰਤ ਦੇਸ਼ ਹੈ ਇਹ ਉੱਤਰੀ ਗੋਲਾਰਧ ਦੇ ਅੰਦਰ ਸਥਿਤ ਹੈ, ਤੁਸੀਂ ਇਹ ਗੱਲ ਧਿਆਨ ਰੱਖਣੀ ਹੈ। ਨੈਕਸਟ ਪੁਆਇੰਟ ਹੈ ਜੀ, ਭਾਰਤ ਨੂੰ ਸ਼ਾਰਕ ਦੇਸ਼ਾਂ ਦੇ ਗਰੁੱਪ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਹੈ। ਹੁਣ ਇਹ ਸ਼ਾਰਕ ਗਰੁੱਪ ਕੀ ਹੈ? ਤੁਸੀਂ ਜਿਹੜਾ ਹੈ ਸ਼ਾਰਕ ਗਰੁੱਪ ਬਾਰੇ ਜਾਣਕਾਰੀ ਇਕੱਠੀ ਕਰ ਲੈਣੀ ਹੈ, ਜੋ ਕਿ ਤੁਹਾਨੂੰ ਇੱਥੋਂ ਮੈਂ ਦੇ ਰਿਹਾ, ਠੀਕ ਹੈ, ਧਿਆਨ ਨਾਲ ਸੁਣ ਲੈਣਾ ਹੈ। ਤੇ ਸ਼ਾਰਕ ਗਰੁੱਪ ਕੀ ਹੈ? ਸਭ ਤੋਂ ਪਹਿਲਾਂ ਆਪਾਂ ਇਹਦੀ ਜਿਹੜੀ ਹੈ ਇੱਕ ਫੁੱਲ ਫਾਰਮ ਦੇਖ ਲੈਂਦੇ ਹਾਂ। ਫੁੱਲ ਫਾਰਮ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਪਹਿਲਾਂ ਆਪਾਂ ਇਹਦੀ ਵਰਡਿੰਗ ਦੇ ਅਕੋਰਡਿੰਗ ਇਹਦਾ ਮਤਲਬ ਸਮਝ ਲੈਂਦੇ ਹਾਂ। ਤਾਂ ਦੇਖੋ, ਸਾਊਥ ਦਾ ਕੀ ਮਤਲਬ ਹੋਇਆ? ਦੱਖਣ। ਏਸ਼ੀਅਨ ਮਤਲਬ ਕਿ ਜੋ ਏਸ਼ੀਅਨ ਕੰਟਰੀਜ਼ ਨੇ, ਤੇ ਐਸੋਸੀਏਸ਼ਨ ਦਾ ਮਤਲਬ ਹੋਇਆ ਇੱਕ ਤਰ੍ਹਾਂ ਦਾ ਸੰਗਠਨ, ਤੇ ਰੀਜਨਲ ਮਤਲਬ ਕਿ ਖੇਤਰੀ ਹੈ, ਤੇ ਕੋਆਪਰੇਸ਼ਨ ਦਾ ਮਤਲਬ ਹੋਇਆ ਸਹਿਯੋਗ। ਯਾਨੀ ਕਿ ਆਪਣੇ ਦੇਸ਼ ਦੇ ਆਸ-ਪਾਸ ਜਿੰਨੇ ਵੀ ਹੋਰ ਦੇਸ਼ ਜਾਂ ਹੋਰ ਕੰਟਰੀਜ਼ ਪਾਈ ਜਾਂਦੀਆਂ ਨੇ ਉਹਨਾਂ ਦਾ ਇੱਕ ਐਸੋਸੀਏਸ਼ਨ ਬਣਾ ਲੈਣੀ, ਇੱਕ ਇਹੋ ਜਿਹਾ ਸੰਗਠਨ ਬਣਾ ਲੈਣਾ ਕਿ ਆਪਸ ਵਿੱਚ ਕੋਈ ਵੀ ਡਿਸਪਿਊਟ ਹੋਏ ਤਾਂ ਉਹਨੂੰ ਮੀਟਿੰਗ ਰਾਹੀਂ ਦੂਰ ਕੀਤਾ ਜਾ ਸਕੇ, ਠੀਕ ਹੈ। ਤਾਂ ਸ਼ਾਰਕ ਸੰਗਠਨ ਦੀ ਜਿਹੜੀ ਸਥਾਪਨਾ ਕਦੋਂ ਹੋਈ, ਜਾਂ ਇਹਦਾ ਹੈੱਡਕੁਆਟਰ ਕਿੱਥੇ ਹੈ, ਜਾਂ ਕਿੰਨੇ ਦੇਸ਼ ਇਹਦੇ ਮੈਂਬਰ ਨੇ, ਇਹ ਸਾਰੇ ਪੁਆਇੰਟ ਆਪਾਂ ਨੂੰ ਯਾਦ ਕਰ ਲੈਣੇ ਨੇ ਕਿਉਂਕਿ ਐਗਜ਼ਾਮ ਵਿੱਚ ਇਹ ਪੁੱਛੇ ਜਾਂਦੇ ਨੇ। ਤਾਂ ਦੇਖੋ ਜੀ, ਸ਼ਾਰਕ ਗਰੁੱਪ ਦਾ ਨਿਰਮਾਣ 8 ਦਸੰਬਰ 1985 ਨੂੰ ਹੋਇਆ। ਕਦੋਂ? 8 ਦਸੰਬਰ 1985 ਨੂੰ। ਤੇ ਕਿੱਥੇ ਹੋਇਆ ਸੀਗਾ? ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇਹ ਹੋਇਆ ਸੀ। ਇਹ ਤੁਸੀਂ ਧਿਆਨ ਰੱਖਣਾ ਹੈ, ਕੁਐਸਚਨ ਆ ਜਾਂਦਾ ਹੈ ਕਿ ਸ਼ਾਰਕ ਸੰਗਠਨ ਦਾ ਨਿਰਮਾਣ ਕਦੋਂ ਹੋਇਆ? 8 ਦਸੰਬਰ 1985 ਨੂੰ। ਤੇ ਸ਼ਾਰਕ ਗਰੁੱਪ ਦੇ ਨਿਰਮਾਣ ਸਮੇਂ ਇਸ ਦੇ 7 ਦੇਸ਼ ਮੈਂਬਰ ਸੀ। ਕਿੰਨੇ ਦੇਸ਼ ਮੈਂਬਰ ਸੀ? 7। ਜਦਕਿ ਐਟ ਪ੍ਰੈਜੈਂਟ ਸ਼ਾਰਕ ਦੇ ਕਿੰਨੇ ਦੇਸ਼ ਮੈਂਬਰ ਨੇ? 8 ਮੈਂਬਰ ਨੇ। ਜਦਕਿ ਜਦੋਂ ਇਹ ਬਣਿਆ ਸੀ ਉਸ ਟਾਈਮ ਕਿੰਨੇ ਸੀ? 7 ਮੈਂਬਰ ਸੀ। ਤੇ ਨੈਕਸਟ ਗੱਲ ਕਰਦੇ ਹਾਂ, ਸ਼ਾਰਕ ਗਰੁੱਪ ਦਾ ਹੈੱਡਕੁਆਟਰ ਕਾਠਮਾਂਡੂ ਵਿੱਚ ਹੈ। ਕਿੱਥੇ ਹੈ ਜੀ? ਕਾਠਮਾਂਡੂ। ਕਾਠਮਾਂਡੂ ਕਿੱਥੇ ਪੈਂਦਾ ਹੈ? ਨੇਪਾਲ 'ਚ, ਠੀਕ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਕਾਠਮਾਂਡੂ, ਨੇਪਾਲ 'ਚ। ਤੇ ਵਰਤਮਾਨ ਵਿੱਚ ਇਸ ਦੇ 8 ਦੇਸ਼ ਮੈਂਬਰ ਨੇ। ਹੁਣ ਇਹਨਾਂ 8 ਦੇਸ਼ਾਂ ਦੇ ਨਾਮ ਆਪਾਂ ਨੂੰ ਪਤਾ ਹੋਣੇ ਚਾਹੀਦੇ ਹੈ ਕਿਉਂਕਿ ਐਗਜ਼ਾਮ 'ਚ ਇਹ ਵੀ ਕੁਐਸਚਨ ਬਣ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਦੇਸ਼ ਸ਼ਾਰਕ ਸੰਗਠਨ ਵਿੱਚ ਸ਼ਾਮਿਲ ਨਹੀਂ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ 8 ਦੇਸ਼ ਨੇ ਆਪਾਂ ਨੂੰ ਬਹੁਤ ਈਜ਼ੀਲੀ ਯਾਦ ਹੋ ਜਾਣਗੇ। ਇੱਕ ਮੈਂ ਟ੍ਰਿਕ ਬਣਾਈ ਹੈ, ਤੁਸੀਂ ਦੇਖ ਸਕਦੇ ਹੋ। ਟ੍ਰਿਕ ਕੀ ਹੈ? MBBS ਪੇਨ। ਕੀ ਹੈ ਜੀ? MBBS ਪੇਨ। MBBS ਦਾ ਕੀ ਮਤਲਬ ਹੋਇਆ? MBBS ਇੱਕ ਡਿਗਰੀ ਹੈ ਜੋ ਕਿ ਡਾਕਟਰ ਕਰਦੇ ਨੇ, ਤੇ ਪੇਨ ਮਤਲਬ ਕਿ ਦਰਦ। ਤਾਂ ਦਰਦ ਦਾ ਇਲਾਜ ਕੌਣ ਕਰੇਗਾ? ਡਾਕਟਰ ਕਰੇਗਾ। ਡਾਕਟਰ ਕਿਹੜਾ? ਜਿਹਨੇ MBBS ਕਰ ਰੱਖੀ ਹੈ, ਠੀਕ ਹੈ। ਤਾਂ ਦੇਖੋ ਹੁਣ MBBS ਦੇ ਅੰਦਰ M ਦਾ ਕੀ ਮਤਲਬ ਹੋਇਆ? M ਦਾ ਮਤਲਬ ਹੋਇਆ ਮਾਲਦੀਵ। B ਦਾ ਮਤਲਬ ਹੋਇਆ ਬੰਗਲਾਦੇਸ਼, ਤੇ ਦੂਜੇ B ਦਾ ਮਤਲਬ ਹੋਇਆ ਭੂਟਾਨ, ਤੇ S ਦਾ ਮਤਲਬ ਸ਼੍ਰੀਲੰਕਾ, ਠੀਕ ਹੈ। ਤਾਂ ਪੇਨ ਦੇ ਅੰਦਰ P ਦਾ ਮਤਲਬ ਹੋਇਆ ਪਾਕਿਸਤਾਨ, A ਦਾ ਮਤਲਬ ਹੋਇਆ ਅਫਗਾਨਿਸਤਾਨ, I ਦਾ ਮਤਲਬ ਇੰਡੀਆ, ਤੇ N ਦਾ ਮਤਲਬ ਨੇਪਾਲ, ਠੀਕ ਹੈ। ਇਸ ਤਰ੍ਹਾਂ ਤੁਸੀਂ 8 ਦੇਸ਼ ਦੇ ਨਾਮ ਯਾਦ ਕਰ ਸਕਦੇ ਹੋ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਇਹ ਉਹੀ ਦੇਸ਼ ਨੇ ਜਿਹੜੇ ਕਿ ਆਪਣੇ ਇੰਡੀਆ ਦੀ ਬਾਉਂਡਰੀ ਨੂੰ ਟੱਚ ਕਰਦੇ ਨੇ, ਠੀਕ ਹੈ ਜੀ। ਇਹ ਆਪਣੇ ਪੜੋਸੀ ਦੇਸ਼ ਨੇ, ਕਿਹੜੇ ਕਿਹੜੇ? ਮਾਲਦੀਵ, ਬੰਗਲਾਦੇਸ਼, ਭੂਟਾਨ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ ਤੇ ਨੇਪਾਲ, ਠੀਕ ਹੈ ਜੀ। ਇਹ ਤੁਸੀਂ ਦੇਸ਼ ਜਿਹੜੇ ਨੇ ਯਾਦ ਕਰ ਲੈਣੇ ਨੇ। ਤੁਸੀਂ ਚਾਹੋ ਤਾਂ ਇਹਨੂੰ ਆਪਣੇ ਪਰਸਨਲ ਨੋਟਸ ਤਿਆਰ ਕਰ ਸਕਦੇ ਹੋ, ਜਾਂ ਫਿਰ ਇਹ PDF ਜਿਹੜੀ ਹੈ ਮੈਂ ਟੈਲੀਗ੍ਰਾਮ 'ਤੇ ਸ਼ੇਅਰ ਕਰ ਦਾਂਗਾ, ਤੁਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ, ਅਫਗਾਨਿਸਤਾਨ ਸ਼ਾਰਕ ਗਰੁੱਪ ਦਾ 8ਵਾਂ ਦੇਸ਼ 2007 ਵਿੱਚ ਬਣਿਆ। ਆਪਾਂ ਪੜ੍ਹਿਆ ਸੀ ਕਿ 1985 ਜਦੋਂ ਸ਼ਾਰਕ ਸੰਗਠਨ ਬਣਿਆ ਸੀ ਉਸ ਟਾਈਮ ਇਹਦੇ ਕਿੰਨੇ ਦੇਸ਼ ਮੈਂਬਰ ਸੀ? 7। ਵਰਤਮਾਨ 'ਚ ਕਿੰਨੇ ਨੇ? 8। 8ਵਾਂ ਕਿਹੜਾ ਹੈ? ਅਫਗਾਨਿਸਤਾਨ। ਕਦੋਂ ਬਣਿਆ ਸੀਗਾ? 2007 ਵਿੱਚ। ਇਹ ਪੁਆਇੰਟ ਤੁਸੀਂ ਯਾਦ ਰੱਖਣੇ ਨੇ। ਨੈਕਸਟ ਪੁਆਇੰਟ ਹੈ ਜੀ, ਭਾਰਤ ਦਾ ਖੇਤਰਫਲ 32,87,263 ਕਿਲੋਮੀਟਰ ਹੈ, ਜੋ ਕਿ ਸਾਰੇ ਸੰਸਾਰ ਦਾ 2.3% ਬਣਦਾ ਹੈ। ਯਾਨੀ ਕਿ ਆਪਣੇ ਇੰਡੀਆ ਦਾ ਜਿਹੜਾ ਏਰੀਆ ਹੈ ਕਿੰਨਾ ਹੈ? 32,87,263 ਵਰਗ ਕਿਲੋਮੀਟਰ। ਇਹ ਤੁਸੀਂ ਜਿਹੜਾ ਅੰਕੜਾ ਹੈ ਯਾਦ ਕਰਨਾ ਹੈ। ਤੇ ਪੂਰੇ ਦੇਸ਼ ਦਾ ਇਹ ਕਿੰਨੇ ਪ੍ਰਤੀਸ਼ਤ ਹੈ? ਯਾਨੀ ਕਿ ਪੂਰੇ ਆਪਣੇ ਵਿਸ਼ਵ ਦਾ ਇਹ ਕਿੰਨੇ ਪ੍ਰਤੀਸ਼ਤ ਖੇਤਰਫਲ ਹੈ? 2.2% ਬਣਦਾ ਹੈ, ਠੀਕ ਹੈ ਜੀ। ਇਹ ਦੋਨੇ ਅੰਕੜੇ ਤੁਸੀਂ ਯਾਦ ਕਰ ਲੈਣੇ ਨੇ, ਨੋਟ ਕਰ ਲੈਣੇ ਨੇ, ਠੀਕ ਹੈ। ਇਸ ਤੋਂ ਬਾਅਦ ਆਪਣੀ ਕਿਤਾਬ ਦੇ ਅੰਦਰ, ਬੁੱਕ ਦੇ ਅੰਦਰ ਜਿਹੜਾ ਹੈ ਦੇਸ਼ ਤੇ ਉਹਨਾਂ ਦੀ ਕੁਝ ਰਾਜਧਾਨੀ ਦਿੱਤੀ ਗਈ ਹੈ ਜੋ ਕਿ ਆਪਣੇ ਐਗਜ਼ਾਮ ਤੋਂ ਸੰਬੰਧਿਤ ਇੰਪੋਰਟੈਂਟ ਹੈ, ਤੇ ਇਹਨੂੰ ਤੁਸੀਂ ਯਾਦ ਕਰ ਲੈਣਾ, ਬਹੁਤ ਈਜ਼ੀ ਹੈ, ਤੁਹਾਨੂੰ ਈਜ਼ੀਲੀ ਯਾਦ ਹੋ ਜਾਏਗਾ। ਦੇਖੋ ਜੀ, ਪਹਿਲਾਂ ਪੜ੍ਹਦੇ ਹਾਂ ਕਿ ਭਾਰਤ। ਤਾਂ ਭਾਰਤ ਦੀ ਰਾਜਧਾਨੀ ਕੀ ਹੈ? ਦਿੱਲੀ। ਪਾਕਿਸਤਾਨ ਦੀ ਰਾਜਧਾਨੀ ਕਿਹੜੀ ਹੈ? ਇਸਲਾਮਾਬਾਦ। ਨੇਪਾਲ ਦੀ ਰਾਜਧਾਨੀ ਕਾਠਮਾਂਡੂ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ। ਭੂਟਾਨ ਦੀ ਰਾਜਧਾਨੀ ਥਿੰਪੂ। ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ, ਤੇ ਮਾਲਦੀਵ ਦੀ ਰਾਜਧਾਨੀ ਮਾਲੀ। ਇਸ ਤੋਂ ਇਲਾਵਾ ਜਿਹੜਾ ਨੈਕਸਟ ਦੇਸ਼ ਹੈ ਅਫਗਾਨਿਸਤਾਨ। ਤਾਂ ਅਫਗਾਨਿਸਤਾਨ ਦੀ ਰਾਜਧਾਨੀ ਕੀ ਹੋਊਗੀ? ਅਫਗਾਨਿਸਤਾਨ ਦੀ ਰਾਜਧਾਨੀ ਹੈ ਕਾਬੁਲ। ਕੀ ਹੈ ਜੀ? ਕਾਬੁਲ। ਨੈਕਸਟ ਪੁਆਇੰਟ ਹੈ
ਭਾਰਤ ਦਾ ਵਿਸਥਾਰ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ਾਂ ਵਿਚਾਲੇ ਅਤੇ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 24 ਮਿੰਟ ਪੂਰਬੀ ਦੇਸ਼ਾਂਤਰਾਂ ਵਿਚਾਲੇ ਹੈ। ਇਹ ਜਿਹੜੇ ਅੰਕੜੇ ਤੁਸੀਂ ਯਾਦ ਕਰ ਲੈਣੇ ਨੇ ਕਿ ਭਾਰਤ ਦੀ ਜਿਹੜੀ ਵਿਸਥਾਰ ਯਾਨੀ ਕਿ ਜੋ ਲੋਕੇਸ਼ਨ ਹੈ ਆਪਣੇ ਪੂਰੇ ਵਿਸ਼ਵ ਦੇ ਅੰਦਰ, ਜੋ ਭਾਰਤ ਦੀ ਲੋਕੇਸ਼ਨ ਹੈ ਉਹ ਕੀ ਹੈ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼, ਇਹ ਤੁਸੀਂ ਯਾਦ ਕਰਨਾ ਉੱਤਰੀ ਅਕਸ਼ਾਂਸ਼, ਤੇ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 24 ਮਿੰਟ ਤੇ ਪੂਰਬੀ ਦੇਸ਼ਾਂਤਰ। ਇਹ ਜਿਹੜੇ ਨੇ ਇੰਪੋਰਟੈਂਟ ਹੈ, ਤੁਸੀਂ ਯਾਦ ਕਰ ਲੈਣਾ। ਨੈਕਸਟ ਪੁਆਇੰਟ ਹੈ ਕਰਕ ਰੇਖਾ ਯਾਨੀ ਕਿ ਟ੍ਰੋਪਿਕ ਆਫ ਕੈਂਸਰ। ਭਾਰਤ ਦੇ ਮੱਧ ਵਿੱਚੋਂ ਦੀ ਲੰਘਣ ਕਰਕੇ ਇਸ ਨੂੰ ਉੱਤਰੀ ਅਤੇ ਦੱਖਣੀ ਦੇ ਹਿੱਸਿਆਂ ਵਿੱਚ ਵੰਡਦੀ ਹੈ। ਉੱਤਰੀ ਭਾਰਤ ਦੱਖਣੀ ਭਾਰਤ ਤੋਂ 2 ਗੁਣਾ ਜ਼ਿਆਦਾ ਖੇਤਰ ਘੇਰਦਾ ਹੈ। ਜੇ ਆਪਾਂ ਗੱਲ ਕਰੀਏ ਆਪਣੇ ਭਾਰਤ ਦੀ, ਫੋਰ ਐਗਜ਼ਾਮਪਲ ਦੇਖੋ ਇਹ ਮੰਨ ਲਓ ਆਪਣਾ ਇੰਡੀਆ ਹੈ, ਠੀਕ ਹੈ, ਤਾਂ ਇਹਨੂੰ ਜਿਹੜੀ ਵਿਚਾਲੋਂ ਦੀ ਇੱਕ ਰੇਖਾ ਕੱਟ ਰਹੀ ਹੈ, ਇਹ ਰੇਖਾ ਕਿਹੜੀ ਹੈ, ਇਹ ਹੈ ਜੀ ਕਰਕ ਰੇਖਾ ਯਾਨੀ ਕਿ ਟ੍ਰੋਪਿਕ ਆਫ ਕੈਂਸਰ। ਤੇ ਇਹ ਰੇਖਾ ਜੋ ਹੈ ਭਾਰਤ ਨੂੰ ਉੱਤਰੀ ਹਿੱਸਾ ਤੇ ਦੱਖਣੀ ਹਿੱਸਾ 2 ਹਿੱਸਿਆਂ ਵਿੱਚ ਵੰਡ ਰਹੀ ਹੈ। ਤੇ ਜਿਹੜਾ ਉੱਤਰੀ ਭਾਰਤ ਹੈ ਉਹ ਦੱਖਣੀ ਭਾਰਤ ਤੋਂ ਕਿੰਨਾ ਵੱਡਾ ਹੈ 2 ਗੁਣਾ, ਠੀਕ ਹੈ, ਉੱਤਰੀ ਭਾਰਤ ਦੱਖਣੀ ਤੋਂ 2 ਗੁਣਾ ਜ਼ਿਆਦਾ ਵੱਡਾ ਹੈ। ਇਹ ਤੁਸੀਂ ਪੁਆਇੰਟ ਯਾਦ ਰੱਖਣਾ। ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਕਿਹੜੀ ਰੇਖਾ ਭਾਰਤ ਨੂੰ 2 ਹਿੱਸਿਆਂ ਵਿੱਚ ਵੰਡ ਰਹੀ ਹੈ, ਤਾਂ ਕਿਹੜੀ ਹੈ ਕਰਕ ਰੇਖਾ ਹੈ। ਤੇ ਇਹ ਜਿਹੜੀ ਕਰਕ ਰੇਖਾ ਹੈ ਇਹ ਆਪਣੇ ਇੰਡੀਆ ਦੇ ਕਿੰਨੇ ਰਾਜਾਂ ਵਿੱਚੋਂ ਗੁਜ਼ਰਦੀ ਹੈ, ਪੁਆਇੰਟ ਬਣਦਾ 8 ਰਾਜਾਂ 'ਚ 8 ਰਾਜਾਂ ਵਿੱਚੋਂ ਗੁਜ਼ਰਦੀ ਹੈ। ਨੈਕਸਟ ਪੁਆਇੰਟ ਹੈ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੂਰੀ 3214 ਕਿਲੋਮੀਟਰ ਹੋਏਗੀ। ਜੇ ਤੁਸੀਂ ਮੈਪਸ ਦੇਖੋਗੇ ਜਿਹੜਾ ਕਸ਼ਮੀਰ ਹੈ ਉਹ ਸਭ ਤੋਂ ਉੱਪਰ ਪੈਂਦਾ ਹੈ, ਠੀਕ ਹੈ ਜੀ, ਉੱਤਰ ਵੱਲ, ਤੇ ਲੇਕਿਨ ਜਿਹੜੀ ਕੰਨਿਆ ਕੁਮਾਰੀ ਹੈ ਉਹ ਆਪਣੇ ਜਿਹੜੀ ਹੈ ਸਭ ਤੋਂ ਨੀਚੇ ਜਿਹੜੀ ਹੈ ਪੈਂਦੀ ਹੈ, ਦਕਸ਼ਿਣ ਵੱਲ ਪੈਂਦੀ ਹੈ ਕੰਨਿਆ ਕੁਮਾਰੀ, ਜੋ ਕਿ ਤਮਿਲਨਾਡੂ ਰਾਜ ਵਿੱਚ ਹੈ। ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜੀ ਟੋਟਲ ਲੰਬਾਈ ਹੈ, ਦੂਰੀ ਹੈ ਕਿੰਨੀ ਹੈ ਜੀ 3214 ਕਿਲੋਮੀਟਰ। ਇਹ ਵੀ ਕੁਐਸਚਨ ਬਣਦਾ ਹੈ, ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਪੂਰਬੀ ਸਿਰੇ 'ਤੇ ਸਥਿਤ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਧੂਰ ਪੱਛਮ ਸੀਮਾ ਬਿੰਦੂ ਰਣ ਆਫ ਕੱਛ ਤੱਕ ਲੰਬਾਈ 2933 ਕਿਲੋਮੀਟਰ। ਯਾਨੀ ਕਿ ਆਪਾਂ ਗੱਲ ਕਰੀਏ ਆਪਣੇ ਇੰਡੀਆ ਦੀ, ਇਹ ਆਪਣਾ ਇੰਡੀਆ ਹੋਇਆ, ਮੰਨ ਲਓ ਇਹ ਆਪਣਾ ਇੰਡੀਆ ਹੋਇਆ। ਇੰਡੀਆ ਦੇ ਅੰਦਰ ਜਿਹੜਾ ਸਭ ਤੋਂ ਪੂਰਬ ਦੇ ਅੰਦਰ ਤੋਂ ਆਪਣਾ ਕਿਹੜਾ ਰਾਜ ਹੈ ਅਰੁਣਾਚਲ ਪ੍ਰਦੇਸ਼, ਇੱਥੋਂ ਦੀ ਲੈ ਕੇ ਤੇ ਆਪਣੇ ਪੂਰੇ ਪੱਛਮ ਦੇ ਅੰਦਰ ਕਿਹੜਾ ਰਾਜ ਹੈ ਗੁਜਰਾਤ। ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤੱਕ ਗੁਜਰਾਤ ਦੇ ਰਨ ਆਫ ਕੱਛ ਤੱਕ ਕਿੰਨੀ ਦੂਰੀ ਬਣਦੀ ਹੈ, ਇਹ ਬਣਦੀ ਹੈ ਜੀ 2933 ਕਿਲੋਮੀਟਰ। ਕਿੰਨੀ 2933 ਕਿਲੋਮੀਟਰ। ਇਹ ਜਿਹੜੇ ਅੰਕੜੇ ਤੁਸੀਂ ਯਾਦ ਕਰ ਲੈਣੇ ਆ ਕਿ ਆਪਣੇ ਭਾਰਤ ਦਾ ਖੇਤਰਫਲ ਕਿੰਨਾ ਹੈ ਤੇ ਪੂਰੀ ਦੁਨੀਆ ਦਾ ਕਿੰਨਾ ਪ੍ਰਤੀਸ਼ਤ ਹੋਇਆ, ਜਾਂ ਫਿਰ ਉੱਤਰ ਤੋਂ ਲੈ ਕੇ ਦੱਖਣ ਤੱਕ ਕਿੰਨੀ ਦੂਰੀ ਹੈ ਤੇ ਪੱਛਮ ਤੋਂ ਲੈ ਕੇ ਪੂਰਬ ਤੱਕ ਟੋਟਲ ਕਿੰਨੀ ਦੂਰੀ ਹੈ। ਇਹ ਸਾਰੇ ਅੰਕੜੇ ਤੁਸੀਂ ਯਾਦ ਕਰ ਲੈਣੇ ਨੇ, ਐਗਜ਼ਾਮ 'ਚ ਇਹ ਪੁੱਛੇ ਜਾਂਦੇ ਨੇ। ਨੈਕਸਟ ਪੁਆਇੰਟ ਹੈ ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ 7ਵਾਂ ਵੱਡਾ ਦੇਸ਼ ਹੈ। ਇਸ ਤੋਂ ਵੱਡੇ 6 ਦੇਸ਼ ਕ੍ਰਮਵਾਰ ਰੂਸ, ਕੈਨੇਡਾ, ਚੀਨ, USA, ਬ੍ਰਾਜ਼ੀਲ ਅਤੇ ਆਸਟ੍ਰੇਲੀਆ ਹਨ। ਯਾਨੀ ਕਿ ਏਰੀਆ ਵਾਈਜ਼ ਜਿਹੜਾ ਆਪਣਾ ਭਾਰਤ ਹੈ, ਇੰਡੀਆ ਦੇਸ਼ ਹੈ, 7ਵਾਂ ਵੱਡਾ ਰਾਜ ਹੈ, ਪਰ ਲੇਕਿਨ ਪੋਪੂਲੇਸ਼ਨ ਦੇ ਅਕੋਰਡਿੰਗ ਕਿੰਨਾ ਹੈ ਪੜ੍ਹਿਆ ਸੀਗਾ ਕਿੰਨਵਾਂ, ਦੂਜੇ ਨੰਬਰ 'ਤੇ ਆਉਂਦਾ ਹੈ। ਤੇ 7 ਦੇਸ਼ 7ਵਾਂ ਨੰਬਰ ਕਾਹਦਾ ਹੈ ਏਰੀਆ ਵਾਈਜ਼ ਹੈ। ਤੇ ਇਸ ਤੋਂ ਪਹਿਲਾਂ ਜਿਹੜੇ 6 ਦੇਸ਼ ਨੇ ਕਿਹੜੇ ਨੇ ਤੁਸੀਂ ਯਾਦ ਕਰਨਾ। ਸਭ ਤੋਂ ਵੱਡਾ ਦੇਸ਼ ਕਿਹੜਾ ਏਰੀਆ ਵਾਈਜ਼, ਉਹ ਹੈ ਜੀ ਰੂਸ ਯਾਨੀ ਕਿ ਰਸ਼ੀਆ, ਉਸ ਤੋਂ ਬਾਅਦ ਹੈ ਕੈਨੇਡਾ, ਫਿਰ ਚੀਨ, USA, ਬ੍ਰਾਜ਼ੀਲ ਤੇ ਆਸਟ੍ਰੇਲੀਆ। ਜੇ ਇਹਨਾਂ 'ਚੋਂ ਕੋਈ ਇੰਪੋਰਟੈਂਟ ਕੁਐਸਚਨ ਬਣੇਗਾ ਤਾਂ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਵਿਸ਼ਵ ਅੰਦਰ ਸਭ ਤੋਂ ਵੱਡਾ ਏਰੀਆ ਵਾਈਜ਼ ਦੇਸ਼ ਕਿਹੜਾ ਹੈ, ਉਹ ਹੈ ਜੀ ਰੂਸ। ਤੇ ਦੂਜਾ ਕੁਐਸਚਨ ਬਣੇਗਾ ਕਿ ਭਾਰਤ ਦਾ ਖੇਤਰਫਲ ਦੇ ਅਕੋਰਡਿੰਗ ਕਿੰਨਵਾਂ ਨੰਬਰ ਹੈ, ਤਾਂ ਉਹ 7ਵਾਂ। ਠੀਕ ਹੈ, ਤੁਹਾਨੂੰ ਇਹ ਸਾਰੇ ਦੇਸ਼ ਨਾਮ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇੱਕ ਪਹਿਲਾਂ ਯਾਦ ਕਰ ਲੈਣਾ ਕਿ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਏਰੀਆ ਵਾਈਜ਼, ਉਹ ਹੈ ਰੂਸ। ਤੇ ਇੰਡੀਆ ਦਾ ਕਿੰਨਵਾਂ ਨੰਬਰ ਹੈ 7th ਨੰਬਰ ਹੈ। ਠੀਕ ਹੈ ਜੀ। ਤੇ ਇਹ ਆਪਣੀ ਜਿਹੜੀ ਅੱਜ ਦੀ ਕਲਾਸ ਹੈ, ਇਸ ਤੋਂ ਅੱਗੇ ਜਿਹੜੀ ਹੈ ਆਪਾਂ ਨੈਕਸਟ ਕਲਾਸ ਦੇ ਅੰਦਰ ਜਿਹੜਾ ਹੈ ਸਟੱਡੀ ਕਰ ਲਵਾਂਗੇ। ਕੁਛ ਇੱਕ ਪੁਆਇੰਟ ਹੋ ਰਹਿੰਦੇ ਨੇ, ਟੋਟਲ ਆਈ ਥਿੰਕ 30 ਪੁਆਇੰਟ ਹੋਣਗੇ, 30 ਪੁਆਇੰਟ ਹੋਣਗੇ, ਜਿਹਨਾਂ ਵਿੱਚੋਂ 17 ਪੁਆਇੰਟ ਆਪਾਂ ਅੱਜ ਡਿਸਕਸ ਕਰ ਲਏ ਤੇ ਅਗਲੇ ਪੁਆਇੰਟ ਆਪਾਂ ਜਿਹੜੇ ਨੇ ਅਗਲੀ ਕਲਾਸ ਡਿਸਕਸ ਕਰ ਲਵਾਂਗੇ। ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ, ਕੋਈ ਵੀ ਡਾਊਟ ਹੈ, ਤੁਸੀਂ ਕਮੈਂਟਸ ਲਿਖ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਚੈਨਲ ਦੇ ਅੰਦਰ ਜਿਹੜਾ ਹੈ ਗਰੁੱਪ ਬਣਿਆ ਹੋਇਆ, ਤੁਸੀਂ ਉੱਥੇ ਵੀ ਕਮੈਂਟ ਕਰ ਸਕਦੇ ਹੋ। ਕੋਈ ਤੁਹਾਨੂੰ ਦਿੱਕਤ ਆਈ, ਕੋਈ ਕਨਫਿਊਜ਼ਨ ਜਾਂ ਡਾਊਟ ਹੈ ਤਾਂ ਉੱਥੇ ਤੁਹਾਡਾ ਜਿਹੜਾ ਹੈ ਕਲੀਅਰ ਕਰ ਦਿੱਤਾ ਜਾਵੇਗਾ। ਅਤੇ ਇਸੇ ਦੇ ਨਾਲ ਤੁਸੀਂ ਚੈਨਲ ਨੂੰ ਸਤਲੁਜ ਆਨਲਾਈਨ ਕਲਾਸਿਸ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਕਲਾਸ 'ਤੇ ਅਪਡੇਟ ਤੁਹਾਨੂੰ ਮਿਲਦੀ ਰਹੇ। ਅਤੇ ਇਸ ਦੇ ਨਾਲ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਵੋ। ਧੰਨਵਾਦ।